ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅੱਜ ਗਏ ਗੜਵਾ ਮੈਚ ਦੇਖ ਕੇ ਹਟੇ ਜੀ। ਨਾਲ ਦੀ ਨਾਲ ਟੀਵੀ ਸ਼ੋਅ ਵੀ ਕਰਦੇ ਪਏ ਹਾਂ, ਰੇਡੀਓ ਸ਼ੋਅ ਵੀ ਕਰਦੇ ਪਏ ਹਾਂ। ਨਾਲ ਦੀ ਨਾਲ ਅਸੀਂ ਮੈਚ ਦੇਖਿਆ ਇੰਗਲੈਂਡ ਤੇ ਇੰਡੀਆ ਦਾ। ਭਾਵੇਂ ਕਿ ਮੁਕਾਬਲਾ ਬੜਾ ਸਖਤ, ਇੰਗਲੈਂਡ 2 ਤੇ ਸੀ, ਇੰਡੀਆ 0 ਤੇ ਸੀ, ਪਰੰਤੂ ਤਾਬੜ ਤੋੜ ਹਮਲੇ ਲੜਕੀਆਂ ਨੇ ਕੀਤੇ। ਕੁਝ ਹੀ ਮਿੰਟਾਂ ਦੇ ਵਿੱਚ 3-2 ਦੀ ਬੜਕ ਬਣਾ ਲਈ, ਪਰ ਹਾਫ ਟਾਈਮ ਤੋਂ ਬਾਅਦ ਉਹਨਾਂ ਨੇ ਆ ਕੇ 2 ਗੋਲ ਹੋਰ ਦਾਗ ਕੇ ਜਿੱਤ ਆਪਣੀ ਜਿਹੜੀ ਹੈ ਝੋਲੀ 'ਚ ਪਾ ਲਈ ਹੈ। ਪਰ ਇਤਿਹਾਸ ਰਚ ਗਈਆਂ ਨੇ ਭਾਰਤ ਦੀਆਂ ਲੜਕੀਆਂ। ਇੱਕ ਲੜਕੀ ਨੇ 2 ਗੋਲ ਕੀਤੇ ਨੇ, ਜਿਹੜੀ ਸਾਡੇ ਪੰਜਾਬ ਦੀ ਜਾਇਤੀ ਹੈ। ਕੀ ਕਹਿਣਾ ਚਾਹੋਗੇ? ਜਿੱਥੋਂ ਤੱਕ ਹਾਕੀ ਦੀ ਗੱਲ ਹੈ ਜੀ, ਅੰਮ੍ਰਿਤਸਰ ਜ਼ਿਲ੍ਹੇ ਦੇ ਹਾਕੀ ਦੇ ਵਿੱਚ 5 ਮੁੰਡੇ ਨੇ। 3 ਮੁੰਡੇ ਜਿਹੜੇ ਮਿੱਠਾਪੁਰ ਇੱਕੋ ਪਿੰਡ ਦੇ ਨੇ। ਮਿੱਠਾਪੁਰ, ਖੁਸਰੋਪੁਰ ਤੇ ਆਪਣੇ ਸੰਸਾਰਪੁਰ। ਕਿਸੇ ਵੇਲੇ ਕਿਹਾ ਜਾਂਦਾ ਸੀ ਵੀ ਕਿਤੋਂ ਕੋਈ ਖਿਡਾਰੀ ਲੈਣ ਦੀ ਲੋੜ ਨਹੀਂ, ਇਹਨਾਂ ਪਿੰਡਾਂ ਦੇ ਮੁੰਡੇ ਤੁਸੀਂ ਭੇਜੋ, 올림픽 ਜਿੱਤ ਕੇ ਆ ਜਾਣਗੇ। ਔਰ ਜਿੱਤਦੇ ਵੀ ਰਹੇ। ਹੁਣ ਤੱਕ ਜਿਹੜੀ ਇੰਡੀਆ ਨੇ 28 골ਡ ਮੈਡਲ ਜਿੱਤੇ ਨੇ, ਜਿਹਦੇ ਵਿੱਚੋਂ 8 골ਡ ਮੈਡਲ ਸਿਰਫ ਹਾਕੀ ਦੇ ਨੇ। ਤੇ ਜੇ ਅੱਜ ਹਾਕੀ ਪਿੱਛੇ ਰਹਿ ਗਈ ਤੇ ਉਹਦੇ ਲਈ ਅਸੀਂ ਜ਼ਿੰਮੇਵਾਰ ਨਹੀਂ, ਸਰਕਾਰਾਂ ਜ਼ਿੰਮੇਵਾਰ ਨੇ। ਸਰਕਾਰਾਂ ਨੇ ਖੇਡਾਂ ਨੂੰ ਬਰਕਰਾਰ ਰੱਖਣ ਵਾਸਤੇ, ਇਹਨਾਂ ਦੇ ਉਤਸ਼ਾਹ ਵਾਸਤੇ ਅੱਜ ਤੱਕ ਕੁਛ ਨਹੀਂ ਕੀਤਾ, ਕੁਛ ਵੀ ਨਹੀਂ ਕੀਤਾ। ਫੇਰ ਵੀ ਅਸੀਂ ਕਹਿੰਦੇ ਜਿਹੜੇ ਮੁੰਡੇ ਸਾਡੇ ਜੇ ਕੋਈ ਮੈਡਲ ਜਿੱਤ ਜਾ ਉਹਨਾਂ ਨੇ, ਤੇ ਉਹਨਾਂ ਆਪਣੇ ਬਲਬੂਤੇ ਤੇ ਜਿੱਤਿਆ। ਕੱਲ ਮੈਂ ਸੁਣ ਰਿਹਾ ਸੀਗਾ ਮਨਪ੍ਰੀਤ, ਜਿਹੜੇ ਸਾਡੇ ਹਾਕੀ ਦੇ ਪਲੇਅਰ ਦੀ ਮਾਤਾ ਦੀ ਇੰਟਰਵਿਊ। ਸੁਪਨੇ ਵੇਖੋ ਕਿੱਡੇ ਕਿੱਡੇ ਹੁੰਦੇ ਜਿਹੜੇ ਲੋਕੀ ਸਾਕਾਰ ਕਰਦੇ ਨੇ। ਕਹਿੰਦੇ ਜੀ ਸ਼ੁਰੂ ਤੋਂ ਇਹ ਦੌੜ ਦਾ ਬਹੁਤ ਸੀਗਾ, ਤੇ ਪ੍ਰਗਟ ਸਿੰਘ ਸਾਡੇ ਪਿੰਡ ਆਉਂਦਾ ਸੀ, ਤੇ ਪ੍ਰਗਟ ਸਿੰਘ ਇਹਨੂੰ ਹਾਕੀ 'ਚ ਪਾਇਆ। ਤੇ ਇਹਦੇ ਫਾਦਰ ਬਿਮਾਰ ਰਹਿੰਦੇ ਸੀ, ਘਰ ਦੇ ਵਿੱਚ ਬਹੁਤੀ ਸਾਡੀ ਕੋਈ ਖੁਸ਼ਹਾਲੀ ਨਹੀਂ ਸੀ। ਤੇ ਇੱਕ ਵਾਰੀ ਕੀ ਹੋਇਆ ਕਿ ਪ੍ਰਗਟ ਸਿੰਘ ਹੋਰੀ ਉੱਥੇ ਕੋਈ ਟਰੈਕ ਸੂਟ ਦੇ ਕੇ ਚਲੇ ਗਏ, ਤੇ ਜਿਹੜੇ ਵੱਡੇ ਮੁੰਡੇ ਸੀ ਨਾ ਵਧੀਆ ਰੱਖ ਲਏ, ਤੇ ਮਾੜੇ ਸੀ ਛੋਟੇ ਮੁੰਡੇ ਹੁੰਦੇ। ਉਹ ਆਪਣੀ ਮਾਂ ਨੂੰ ਕੀ ਕਹਿੰਦਾ ਮਾਂ ਮੇਰਾ ਜੀ ਕਰਦਾ ਵੀ ਮੈਂ ਜਿਹੜਾ ਪ੍ਰਗਟ ਸਿੰਘ ਕੰਮ ਕਰੇ ਇਹ ਮੈਂ ਕਰਾਂ। ਤੇ ਕਹਿੰਦੀ ਵੀ ਕਿੰਨੇ ਵੀ ਪੈਸੇ ਖਰਚ ਹੋਣਗੇ? ਤੇ ਉਹ ਮਾਂ ਕਹਿੰਦੀ ਮੈਂ ਸੋਚਿਆ 10, 20, 30, 50 ਹਜ਼ਾਰ ਖਰਚ ਹੋ ਜੂਗਾ, ਵੱਡੀ ਗੱਲ। ਉਹ ਕਹਿੰਦਾ ਮਾਤਾ ਬਹੁਤ ਹੈ ਜੀ, 2 ਕਰੋੜ ਰੁਪਏ ਖਰਚ ਹੋਏ। ਜਦੋਂ ਇੰਨੀ ਗੱਲ ਕਹੀ ਜਾਂਦੀ, ਮੈਂ 4-5 ਧੌਣ ਨਾ ਮਾਰੀਆਂ, ਚਪੇੜਾ ਮਾਰੀਆਂ ਪੋਲੇ ਪੋਲੇ। ਤੂੰ ਤੇਰੀ ਮਾਂ ਦੀ ਲੱਖ ਚ ਲੱਗਿਆ, ਤੂੰ ਕਰੋੜਾਂ ਦੀ ਗੱਲ ਕਰਨ ਡਿਆ। ਕਹਿੰਦਾ ਨਹੀਂ ਮਾਤਾ ਤੂੰ ਵੇਖ ਨਹੀਂ ਬਣਦਾ ਕੀ ਹੈ। ਲੇਕਿਨ ਉਸ ਗਰੀਬੀ ਦੇ ਵਿੱਚੋਂ ਵੀ ਉਹ ਮੁੰਡਾ ਨਿਕਲਿਆ, ਤੇ ਉਹ ਕਹਿੰਦੀ ਆ ਕਿ ਮੌਕੇ ਕਮੌਕੇ ਸਾਡੀ ਮਦਦ, ਬੱਚੇ ਨੂੰ ਖੇਡ ਵਾਸਤੇ ਜਿਹੜੇ ਸੀ ਪ੍ਰਗਟ ਸਿੰਘ ਦੀ ਮਦਦ ਕਰਦੇ ਰਹੇ। ਤੇ ਉਹ ਮੁੰਡਾ ਦੇਖ ਲਓ ਅੱਜ ਕਰੋੜਾਪਤੀ ਆ, ਤੇ ਉਹਦੇ ਪੈਸੇ ਜਿਹੜੇ ਉਹ ਆਪਦੇ ਖਾਤੇ ਸੀ ਸਾਰੇ ਮੇਰੇ ਖਾਤੇ 'ਚ ਆਉਂਦੇ। ਤੇ ਮਾਂ ਨੂੰ ਉਹਨੇ ਕਰਕੇ ਵਿਖਾਤਾ ਵੀ ਵੇਖ ਮਾਤਾ ਮੈਂ ਸੁਪਨਾ ਲਿਆ ਸੀ, ਉਹ ਸਾਕਾਰ ਕਰ ਦਿੱਤਾ ਵਾ। ਹੁਣ ਪ੍ਰਧਾਨ ਮੰਤਰੀ ਦੇ, ਮੁੱਖ ਮੰਤਰੀ ਨੇ ਬਕਾਇਦਾ ਤੌਰ ਤੇ ਮਨਪ੍ਰੀਤ ਨੂੰ ਉੱਥੇ ਫੋਨ ਤੇ ਵਧਾਈ ਦਿੱਤੀ ਵੀ ਕਾਕਾ ਤੂੰ ਜੋ ਕੀਤਾ ਬਹੁਤ ਵਧੀਆ ਕੀਤਾ, ਤੇ ਤੁਸੀਂ ਮੈਨੂੰ ਉਮੀਦ ਹੈ ਵੀ ਅਗਲੀ 올림픽 ਤੁਸੀਂ ਗੋਲਡ ਲੈ ਕੇ ਆਓ। ਕਿਆ ਬਾਤ ਹੈ। ਸੁਪਨਿਆਂ ਤੂੰ ਸੁਲਤਾਨ ਹੈ ਤੇ ਉੱਤਮ ਤੇਰੀ ਯਾਦ, ਉੱਤਮ ਤੇਰੀ ਯਾਦ। 100 ਵਰਿਆਂ ਦੇ ਵਿਛੜੇ ਤੂੰ ਆਣ ਮਲਾ ਮੇਰਾ। ਸੁਪਨਾ ਲੈਣਾ ਤੇ ਉਹਨੂੰ ਪੂਰਾ ਕਰਨਾ, ਸਾਕਾਰ ਕਰਨਾ। ਹਾਰੀ ਸਾਰੀ ਦੇ ਵਸ ਦਾ ਰੋਗ ਨਹੀਂ ਹੁੰਦਾ। ਸੁਪਨੇ ਤਾਂ ਲੈਂਦੇ ਨੇ। ਆ ਵੰਦਨਾ ਕਟਾਰੀਆ ਦੇ ਘਰ ਦੇ ਉੱਤੇ ਜਾਤੀਵਾਦ, ਤੇ ਉਹਨੇ ਗੋਲ ਦਾ ਕੇ 3ਜਾ ਗੋਲ ਉਹਨੇ ਕੀਤਾ, ਕੁੜੀ ਨੇ ਫੀਲਡ। ਤੇ ਉਹਨਾਂ ਹਰਾਮੀਆਂ ਦੇ ਚਪੇੜਾ ਮਾਰੀਆਂ ਨੇ ਜਿਹੜੇ ਜਾਤੀਵਾਦ ਦੇ ਖਿਲਾਫ ਇਹਨੂੰ ਟਰੋਲ ਕੀਤਾ। ਤੇ ਜਿਹਦਾ ਮਤਲਬ ਕੀ ਕਹੀਏ, ਕੀ ਮਤਲਬ ਲਫ਼ਜ਼ ਕੌੜੇ ਨਿਕਲ ਜਾਂਦੇ ਨੇ ਕਿਸੇ ਵੇਲੇ ਮਨ ਦੇ ਵਿੱਚੋਂ, ਮੂੰਹ ਦੇ ਵਿੱਚੋਂ ਲਫ਼ਜ਼ ਦੇ ਏਡੇ। ਰੇਡੀਓ ਤੇ ਸਖਤ ਨਹੀਂ ਬੋਲਣੇ ਚਾਹੀਦੇ ਮੇਰੇ ਵਰਗੇ ਨੂੰ, ਪਰ ਕੀ ਕਰੀਏ? ਕੀ ਇਹ ਅਕਿਰਤਕੰਤਾ ਨਹੀਂ ਕਿ ਦੇਸ਼ ਦੀ ਖਾਤਰ ਯਾਰ ਪਸੀਨਾ ਡੋਲ ਰਹੀਆਂ ਨੇ। ਅਗਲੀਆਂ ਵੀ ਤੇ ਖੇਡਣ ਵਾਸਤੇ ਆਈਆਂ ਨੇ।
ਜੇ ਖਿਡਾਰੀ ਦੂਜੇ ਪਾਸੇ ਮੈਦਾਨ ਦੇ ਵਿੱਚ ਉਤਰਿਆ ਤੇ ਉਸ ਦੇਸ਼ ਦੇ ਖਿਡਾਰੀ ਨੂੰ ਉਹਨਾਂ ਨੇ ਉਤਾਰਿਆ, ਆਪਣੇ ਬਲਬੂਤੇ ਤੇ ਉਤਰਿਆ, ਜਾਂ ਦੇਸ਼ ਨੇ ਉਹਦੀ ਮਦਦ ਕੀਤੀ, ਦੂਜੇ ਦੇਸ਼ਾਂ ਦੀ ਮੈਂ ਗੱਲ ਕਰਦਾ, ਉਹ ਵੀ ਤਾਂ ਜਿੱਤਣ ਵਾਸਤੇ ਉਤਰਿਆ। ਸਾਡੇ ਤਾਂ ਕੁਝ ਏਡੇ ਨਲਾਇਕ ਕਿਸਮ ਦੇ ਬੰਦੇ ਨੇ ਡੱਕਾ ਤੋੜ ਕੇ ਦੂਰਾ ਨਹੀਂ ਕੀਤਾ ਹੁੰਦਾ। ਇਹਨਾਂ ਦੀਆਂ ਆਪਣੀਆਂ ਧੀਆਂ ਭੈਣਾਂ ਬਿਊਟੀ ਪਾਰਲਰ ਤੇ ਬਹਿ ਕੇ ਤੇ ਡਰਾਮੇ ਦੇਖ ਕੇ ਉਹਨਾਂ ਨੇ ਐਡੇ ਮਤਲਬ ਕੀ ਕਹਾਂ ਹੁਣ ਮੇਰੇ ਕੋਲ ਭਈ, ਚਲੋ ਧੀਆਂ ਭੈਣਾਂ ਨੇ ਕਿਸੇ ਦੀਆਂ ਮਾੜੀਆਂ ਨਹੀਂ, ਆਪ ਇਹਨਾਂ ਨੇ ਖੁਦ ਨੇ ਕਦੇ ਹਾਕੀ ਨਹੀਂ ਫੜ ਕੇ ਵੇਖੀ ਹੁੰਦੀ, ਬੱਲਾ ਨਹੀਂ ਫੜ ਕੇ ਵੇਖਿਆ ਹੁੰਦਾ, ਤੇ ਚੱਲ ਪੈਂਦੇ ਨੇ ਇਸ ਕੰਮ ਵਾਲੇ ਪਾਸੇ ਨੂੰ। ਉਹਨੇ ਗੋਲ ਕੀਤਾ, ਹਾਂਜੀ, ਤੀਜਾ ਗੋਲ, ਫੀਲਡ ਗੋਲ ਕਰਨਾ ਸੌਖੀ ਗੱਲ ਨਹੀਂ। ਬਿਲਕੁਲ 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 ਠੀਕ ਹੈ। ਤੇ ਉਹ ਵੀ ਭਾਵੇਂ ਕਿ ਫੰਡ ਭਾਰਤ ਸਰਕਾਰ ਵੀ ਖਿਡਾਰੀਆਂ ਵਾਸਤੇ ਰੱਖਦੀ ਆ, ਭਾਰਤ ਸਰਕਾਰ ਦੇ ਕੋਲ ਵੀ ਫੰਡ ਆ ਖਿਡਾਰੀਆਂ ਵਾਸਤੇ, ਪਰ ਉਹ ਆਪਾਂ ਵੇਖਦੇ ਆ ਨਾ ਕਿ ਖਿਡਾਰੀਆਂ ਤੱਕ ਪਹੁੰਚਦਾ ਉਹ ਦਾਲ ਦੇ ਵਿੱਚ ਕੋਕੜੂ ਹੀ ਰਹਿ ਜਾਂਦੇ ਜਿਹੜੀ ਪੀਣ ਨੂੰ ਉਹਨਾਂ ਨੂੰ ਦੇਣੀ ਹੁੰਦੀ ਹੈ। ਜੀ ਬਾਕੀ ਸਾਰੇ ਇਹ ਵੱਡੇ ਜਿਹੜੇ ਘੜਮ ਚੌਧਰੀ ਛਕਾ ਜਾਂਦੇ। ਬਾਹਰਲੇ ਮੁਲਕਾਂ ਦੇ ਵਿੱਚ ਜਦੋਂ 골ਡ ਮੈਡਲ ਲੈ ਕੇ ਜਾਂਦਾ, ਅਗਲੇ ਸੋਨੇ ਨਾਲ ਤੋੜ ਕੇ ਰੱਖ ਦਿੰਦੇ ਆ, ਅਗਲੇ ਨੂੰ ਐਨ ਪੁਸ਼ਟਾਂ ਸੁਧਰ ਜਾਂਦੀਆਂ ਨੇ ਉਹਦੀਆਂ। ਇੱਥੇ ਅਸੀਂ ਜਾਤੀਵਾਦ ਹੀ ਤੁਰ ਕੇ ਲੈ ਕੇ ਬਹਿ ਜਾਂਦੇ। ਖੈਰ ਨਹੀਂ ਵੇ, 2 ਗੋਲ ਸਾਡੀ ਧੀ ਗੁਰਜੀਤ ਕੌਰ ਨੇ ਕੀਤੇ ਨੇ। ਹਾਂਜੀ, ਤੀਜਾ ਅੱਜ ਦੇ ਖੇਡ ਦੇ ਵਿੱਚ ਵੰਦਨਾ ਸਬਤਾ ਪੂਨੀਆ ਗੋਲਕੀਪਰ ਦੀ ਵੀ ਤਾਰੀਫ ਕਰਨੀ ਬਣਦੀ ਹੈ, ਉਹਨੇ ਬੜਾ ਵਧੀਆ ਪ੍ਰਦਰਸ਼ਨ ਕੀਤਾ। ਕੋਈ ਮਤਲਬ ਗੋਲ ਤੇ ਚਲੋ ਅਗਲਾ ਕਰਨ ਆਇਆ ਨੇ ਕਰਕੇ ਹੀ ਜਾਣਾ। ਵੰਦਨਾ ਕਟਾਰੀਆ ਚਰਚਾ ਦੇ ਵਿੱਚ ਸੀ ਕੁੜੀ। ਕੀ ਕਹਿ ਰਹੇ ਸੀ ਤੁਸੀਂ? ਆਪਣੀ ਗੱਲ ਪੂਰੀ ਕਰ ਲਓ। ਸੌਰੀ, ਮੈਂ ਇਹ ਕਹਿ ਰਿਹਾ ਸੀ ਜੀ, ਹੁਣ ਮਨਪ੍ਰੀਤ ਨੇ ਜਿਹੜੀ ਸੀ ਕਿੱਡਾ ਵੱਡਾ ਮਾਨ ਖੱਟਿਆ ਉਹਨੇ। ਪ੍ਰਧਾਨ ਮੰਤਰੀ ਫੋਨ ਕਰ ਰਿਹਾ, ਮੁੱਖ ਮੰਤਰੀ ਫੋਨ ਕਰ ਰਿਹਾ, ਪੰਜਾਬ ਦੇ ਖੇਡ ਮੰਤਰੀ ਨੇ ਵਧਾਈ ਦਿੱਤੀ, ਨਾਲ ਕਹਿਤਾ ਕਿ ਅਸੀਂ ਇਹਨਾਂ ਨੌਜਵਾਨਾਂ ਨੂੰ 1 ਕਰੋੜ ਰੁਪਇਆ ਦੇਵਾਂਗੇ। ਐਸਜੀਪੀਸੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਵਧਾਈ ਦਿੱਤੀ ਹੈ, ਨਾਲ ਕਹਿਤਾ 1 ਕਰੋੜ ਰੁਪਇਆ ਨਾ ਸਾਰੇ ਖਿਡਾਰੀ ਨੂੰ ਅਸੀਂ ਦੇਵਾਂਗੇ। ਮਤਲਬ ਮੇਰਾ ਕਹਿਣ ਤੋਂ ਭਾਵ ਕਿ ਉਤਸ਼ਾਹ ਜਿੰਨਾ ਦਿਓਗੇ ਉਨੀ ਚੰਗੀ ਗੱਲ, ਤਾਂ ਵੀ ਉਹ ਖੇਡ ਸਕਣ। ਬਿਲਕੁਲ। ਲੇਕਿਨ 41 ਸਾਲਾਂ ਬਾਅਦ ਜਿਹੜਾ ਇਤਿਹਾਸ ਰਚਿਆ, ਗੁਰਮੇਲ ਸਿੰਘ ਇੰਟਰਨੈਸ਼ਨਲ ਪਲੇਅਰ ਰਹੇ ਨੇ, 골ਡ ਮੈਡਲਿਸਟ ਦੇ ਵਿੱਚ। ਉਹਦੀ ਵਾਈਫ ਰਾਜਪੀਰ ਕੌਰ, ਉਹ ਵੀ ਬੜੀ ਤਕੜੀ ਪਲੇਅਰ ਰਹੀ ਹੈ ਕਿਸੇ ਵੇਲੇ। ਰਾਜਵੀਰ ਬੜੀ ਤਗੜੀ ਖਿਡਾਰਨ ਰਾਜਵੀਰ। ਤੇ ਉਹਨਾਂ ਦਾ ਪੋਤਰਾ ਵਾ ਹਾਰਦਿਕ ਸਿੰਘ। ਕਿੰਨੀ ਵੱਡੀ ਗੱਲ ਹੈ ਕਿ ਹਾਰਦਿਕ ਸਿੰਘ ਜਿਹੜਾ ਵਾ ਇਸ ਵੇਲੇ ਉਹ ਚੜ੍ਹਦਾ ਹੋਇਆ ਮੁੰਡਾ, ਉਹ ਵੀ ਬੜਾ ਸੋਹਣਾ ਖੇਡਦਾ ਵਾ। ਉਹਨਾਂ ਨੇ ਹਾਰਦਿਕ ਸਿੰਘ ਨੂੰ ਕਿਹਾ ਕਿ ਘਬਰਾਉਣ ਦੀ ਕੋਈ ਲੋੜ ਨਹੀਂ, ਔਰ ਉਹਨੇ ਗੁਰਮੇਲ ਸਿੰਘ ਨੇ ਇੱਕ ਗੱਲ ਵੱਡੀ ਕਹੀ, ਕਹਿੰਦੇ ਅਸੀਂ ਜਿੱਤਦੇ ਰਹੇ ਆ ਪੈਨਲਟੀ ਕਾਰਨਰ ਦੇ ਉੱਤੇ। ਪੈਨਲਟੀ ਕੋਲ ਐਕਸਪਰਟ ਹੁੰਦੇ ਸੀ ਸਾਡੇ ਤੋਂ, ਪੈਨਲਟੀ ਤੋਂ ਲਾ ਕੇ ਜਿਹੜੇ ਅਸੀਂ ਜਿੱਤ ਲੈਂਦੇ ਸੀ। ਕਹਿੰਦੇ ਬੜੀ ਖੁਸ਼ੀ ਦੀ ਗੱਲ, ਸਾਡੇ ਮੁੰਡੇ ਨੇ ਰੈਗੂਲਰ ਗੋਲ ਕੀਤੇ, 3 ਗੋਲ ਲਗਾਤਾਰ ਕੀਤੇ। ਇਹ ਬੜੀ ਵੱਡੀ ਗੱਲ, ਇੱਕ ਐਕਸਪਰਟ ਇਹ ਗੱਲ ਕਹਿ ਰਿਹਾ। ਹੁਣ ਉਹਨੇ ਆਪਾਂ ਗੁਰਜੀਤ ਕੌਰ ਤੇ, ਗੁਰਜੀਤ ਕੌਰ ਜਿਹੜੀ ਆ ਉਹ ਬਿਲਕੁਲ ਰਿਮੋਟ ਏਰੀਏ ਵਿੱਚ ਰਹਿੰਦੀ ਹੈ। ਲਿਖਦੇ ਆ ਉਸਦਾ, ਮੇਰੇ ਕਵੀਰ ਨੇ ਟੈਕਸਟ ਭੇਜਿਆ, ਕਟਿੰਗ ਭੇਜੀ, ਕਹਿੰਦਾ ਭਾਰਤੀ ਮੀਡੀਆ, ਮਤਲਬ ਮੈਂ ਭਾਰਤੀ ਮੀਡੀਆ ਕਹੂੰਗਾ, ਫੋਕਾ ਮੀਡੀਆ ਲਿਖ ਰਿਹਾ ਪਾਕਿਸਤਾਨ ਦੇ ਬਾਰਡਰ ਦੇ ਨਾਲ ਰਹਿਣ ਵਾਲੀ ਭਾਰਤੀ ਆ, ਉਹ ਬਾਰਡਰ ਦੇ ਉਰਲੇ ਪਾਸੇ ਭਾਰਤ ਆ। ਤੁਸੀਂ ਕੋਈ ਮਾਮੇ ਨਹੀਂ ਲੱਗਦੇ ਭਾਰਤ ਦੇ। ਭਾਰਤ ਦਾ ਹਰ ਬਸ਼ਿੰਦਾ, ਭਾਰਤ ਦਾ ਉੱਥੇ ਰਹਿਣ ਵਾਲਾ। ਸਿਸਟਮ ਨੂੰ ਕ੍ਰਿਟੀਸਾਈਜ਼ ਕਰਨਾ ਸਾਡਾ ਹੱਕ ਹੈ। ਤੁਸੀਂ ਕੋਈ ਉਹ ਨਹੀਂ ਹੋ ਕਿ ਤੁਸੀਂ ਜੋ ਮਰਜ਼ੀ ਲਿਖੀ ਜਾਓ, ਜੋ ਮਰਜ਼ੀ ਕਹੀ ਜਾਓ ਕਿ ਤੁਹਾਡੀ ਜ਼ੁਬਾਨ ਨੂੰ ਕੋਈ ਕੰਟਰੋਲ ਨਹੀਂ ਕਰ ਸਕਦਾ। ਕਰਨ ਵਾਲੇ ਕਰ ਸਕਦੇ ਨੇ, ਤੁਹਾਨੂੰ ਜਵਾਬ ਦੇ ਰਹੇ ਆ, ਘਰ ਤੱਕ ਆਵਾਜ਼ ਪਹੁੰਚੇ ਨਾ ਪਹੁੰਚੇ, ਪਰ ਤੁਸੀਂ ਮਾਮੇ ਨਹੀਂ ਲੱਗਦੇ। ਦੇਸ਼ ਪੂਰੇ ਭਾਰਤੀਆਂ ਦਾ, ਬਾਰਡਰ ਦੇ ਨਾਲ ਰਹਿਣ ਵਾਲੀ, ਬਾਰਡਰ ਦੇ ਨਾਲ। ਕਿਆ ਬਾਤ ਹੈ। ਭਾਰਤੀ ਆ ਬਾਰਡਰ ਦੇ ਉਰਲੇ ਪਾਸੇ, ਤੁਹਾਡੇ ਭਾਰਤ ਦੇ ਹੀ ਸਿਪਾਹ ਸਲਾਰ ਖਲੋਤੇ ਹੋਏ ਨੇ, ਜਿਨ੍ਹਾਂ ਵਿੱਚ ਸਤਿਕਾਰਯੋਗ ਸਾਡੇ ਪਿਤਾ ਸਾਹਿਬ ਵੀ ਬਾਰਡਰ ਦੇ ਕਿਤੇ ਖਲੋਂਦੇ ਰਹੇ ਨੇ। ਉਹ ਬਾਰਡਰ ਦੇ ਉਰਲੇ ਪਾਸੇ ਜਿਹੜੇ ਉਹ ਧਰਤੀ ਭਾਰਤ ਦੀ ਆ, ਉਹਦੇ ਵਿੱਚ ਰਹਿਣ ਵਾਲੀ, ਉਹ ਬਸ਼ਿੰਦੀ ਆ, ਉੱਥੋਂ ਦੀ ਵਸਨੀਕ ਆ, ਤੁਹਾਡੇ ਦੇਸ਼ ਦਾ ਮਾਣ ਆ। ਕਿੰਨੀ ਯਾਰ ਕਿੰਨੀ ਕਰੂਰਤਾ ਹੈ ਉੱਥੋਂ ਦੇ ਲੋਕਾਂ ਦੇ ਵਿੱਚ, ਮੀਡੀਆ ਦੇ ਵਿੱਚ ਹੈ। ਇੰਨਾ ਘਟੀਆਪਨ ਤੁਹਾਡੇ ਚ। ਹੁਣ ਗੁਰਜੀਤ ਦੀ ਜਿਹੜੀਆਂ ਸਾਡੀਆਂ ਕੁੜੀਆਂ ਨੇ ਜੀ, ਇਹਨਾਂ ਦੀ ਤੁਸੀਂ ਸੁਣੋ, ਕਹਾਣੀ ਸੁਣੋ ਕੀ ਆ ਕਿ ਕਈ ਵਾਰੀ ਕੀ ਹੁੰਦਾ ਸੀ ਕਿ ਖੇਡਦੀਆਂ ਤੇ ਸਾਨੂੰ ਦੁੱਧ ਪੂਰਾ ਨਹੀਂ ਸੀ ਮਿਲਦਾ ਜੀ। ਦੇਖੋ ਅਸੀਂ ਪਾਣੀ ਪਾ ਕੇ ਪੂਰਾ ਕਰਕੇ ਪੀਂਦੀਆਂ ਸੀ। ਦੱਸੋ ਕੀ ਕਰੋਗੇ ਤੁਸੀਂ ਉੱਥੇ?
ਲੇਕਿਨ ਇਹ ਗੱਲ ਖੁਸ਼ੀ ਦੀ ਗੱਲ ਆ ਵੀ ਉਹ ਜਿਹੜਾ ਪਰਿਵਾਰ ਉਹਨੂੰ ਜਿਹੜੀ ਖੇਡ ਆ ਉਹ ਵਿਰਸੇ 'ਚ ਮਿਲੀ ਹੈ। ਉਹਦਾ ਦਾਦਾ ਕਬੱਡੀ ਦਾ ਬੜਾ ਤਕੜਾ ਪਲੇਅਰ ਸੀ, ਉਹਦਾ ਫਾਦਰ ਪਲੇਅਰ ਸੀ, ਉਹਦਾ ਭਰਾ ਵੀ ਕਬੱਡੀ ਦਾ ਪਲੇਅਰ ਆ। ਵੱਡੀ ਭੈਣ ਪ੍ਰਦੀਪ ਕੌਰ ਜਿਹੜੀ ਉਹ ਵੀ ਨੈਸ਼ਨਲ ਪਲੇਅਰ ਆਪਣੀ ਹਾਕੀ ਦੀ ਹੈ। ਉਹ ਤੇ ਅੱਜ ਕੱਲ ਜਿਹੜੀ ਗੁਰਜੀਤ ਹੈ ਇਹ ਛੋਟੀ ਹੈ ਜਿਹੜੀ ਇੰਟਰਨੈਸ਼ਨਲ ਖਿਡਾਰੀ ਬਣੀ ਹੈ ਤੇ ਪੈਨਲਟੀ ਕਾਰਨਰ ਦੀ ਐਕਸਪਰਟ ਆ। ਜਿਸ ਦਿਨ ਪੈਨਲਟੀ ਕਾਰਨਰ ਨੇ ਲਾਇਆ ਸੀ ਇੱਕ ਮਿਸ ਹੋਇਆ ਸੀ ਤੇ ਮਾਂ ਨੂੰ ਫੋਨ ਕੀਤਾ ਤੇ ਮਾਂ ਨੇ ਕਿਹਾ ਕੋਈ ਗੱਲ ਨਹੀਂ ਘਬਰਾ ਨਾ, ਕੱਲ ਠੀਕ ਹੋ ਜੂਗਾ, ਮੈਂ ਵੀ ਅਰਦਾਸ ਕਰਦੀ ਗੁਰੂ ਰਾਮਦਾਸ ਅੱਗੇ ਤਾਂ ਤੂੰ ਵੀ ਕਰ। ਤੇ ਅਗਲੇ ਦਿਨ ਉਸੇ ਕੁੜੀ ਦੇ ਪੈਨਲਟੀ ਕਾਰਨਰ ਲਾ ਕੇ ਜਿਤਾਇਆ ਸੀ। ਪੈਨਲਟੀ ਕਾਰਨਰ ਐਕਸਪਰਟ ਆ ਤੇ ਅਸੀਂ ਤੇ ਉਹਨੂੰ ਉਹਦੇ ਘਰ ਕੋਲੇ ਉਹਦੀ ਬਦਲੀ ਨਹੀਂ ਦੇ ਸਕੇ। ਇਲਾਹਾਬਾਦ ਨੌਕਰੀ ਉਹਦੀ ਕਲਰਕ ਲੱਗੀ ਉਹਦੇ ਚ ਆਪਣੇ ਰੇਲਵੇ ਦੇ ਵਿੱਚ ਜੀ। ਚਾਹੀਦਾ ਇਹਨਾਂ ਨੂੰ ਹੈ ਕਿ ਉਹਦੇ ਘਰ ਦੇ ਕੋਲ ਹੋਵੇ, ਉਹਦੇ ਕੋਲ ਅਕੈਡਮੀ ਹੋਵੇ, ਅਕੈਡਮੀ ਚ ਜਾਵੇ, ਬਕਾਇਦਾ ਤੌਰ ਤੇ ਕੋਚ ਹੋਵੇ, ਉੱਥੇ ਖਾਣ ਨੂੰ ਉਹਨਾਂ ਨੂੰ ਖੁੱਲਾ ਮਿਲੇ ਬੱਚਿਆਂ ਨੂੰ ਤਾਂ ਕਿ ਉਹ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਣ। ਬਲਾਕ ਲੈਵਲ ਤੇ ਅਕੈਡਮੀਆਂ ਚਾਹੀਦੀਆਂ ਨੇ। ਜੇ ਤੁਸੀਂ ਸਹੀ ਮੈਨੇ ਚੱਲੋ ਬਲਾਕ ਲੈਵਲ ਤੇ ਕਬੱਡੀ ਦੀਆਂ ਅਕੈਡਮੀਆਂ ਚਾਹੀਦੀਆਂ, ਤਹਿਸੀਲ ਲੈਵਲ ਤੇ ਉਦੋਂ ਫਿਰ ਤਹਿਸੀਲ ਲੈਵਲ ਤੇ ਹੋਣੇ ਚਾਹੀਦੇ, ਫਿਰ ਡਿਸਟ੍ਰਿਕਟ ਵਾਈਜ਼ ਹੋਣੀ ਚਾਹੀਦੀ ਹੈ, ਫਿਰ ਸੂਬੇ ਦੇ ਮਤਲਬ ਸਟੇਟ ਲੈਵਲ ਤੇ ਉੱਤੇ ਹੋਣਾ ਚਾਹੀਦਾ। ਨਿਰਪੱਖਤਾ ਦੇ ਨਾਲ ਹੋਣੇ ਚਾਹੀਦੇ ਆ। ਤੁਸੀਂ ਦੇਖੋ ਜਿੰਨੇ ਮਰਜ਼ੀ 골ਡ ਮੈਡਲ ਲੈ ਲਓ ਉਹਨਾਂ ਕੋ, ਦਿਓ ਉਹਨਾਂ ਨੂੰ ਸੁੱਖ ਸਹੂਲਤਾਂ। ਜੇ ਪੰਜਾਬ ਜਿਹੜਾ ਵਾ ਕਿਸੇ ਵੇਲੇ ਮਤਲਬ ਦੁੱਧ ਦਹੀਂ ਦੀਆਂ ਨਦੀਆਂ ਵਹਿਣ ਵਾਲਾ, ਉਹ ਲੜਕੀਆਂ ਕਹਿੰਦੀਆਂ ਨੇ ਕਿ ਦੁੱਧ ਸਾਡੇ ਕੋਲ ਪੂਰਾ ਨਹੀਂ, ਪਾਣੀ ਪਾ ਕੇ ਇਹ ਵੰਡ ਕੇ ਪੀਂਦੀਆਂ ਰਹੀਆਂ ਨੇ, ਤੇ ਤੁਸੀਂ ਉਹਨਾਂ ਕੋਲ ਸੋਨੇ ਦੇ ਤਗਮੇ ਦੀ ਆਸ ਰੱਖੋ ਉਹਨਾਂ ਖਿਡਾਰੀਆਂ ਤੋਂ, ਤਾਂ ਫਿਰ ਇਹਦੋਂ ਘੱਟ ਸੌੜੀ ਸੋਚ ਕੀ ਹੋ ਸਕਦੀ ਸਾਡੀ। ਪਰ ਫਿਰ ਵੀ ਉਹਨਾਂ ਨੇ ਜਿੱਥੋਂ ਤੱਕ ਪਹੁੰਚਾ ਦਿੱਤਾ, ਦੇਸ਼ ਦਾ ਮਾਣ ਵਧਾ ਦਿੱਤਾ, ਇਹ ਤੋਂ ਵੱਧ ਹੋਰ ਕੀ ਹੋ ਸਕਦਾ। ਆ ਪਾਕਿਸਤਾਨ ਪਛੜਿਆ ਫਿਰਦਾ ਕਿਸੇ ਵੇਲੇ ਦਾ ਵਰਲਡ ਦਾ ਵਿਜੇਤਾ ਮਤਲਬ ਓਲੰਪਿਕ ਜੇਤੂ ਅੱਜ ਲੱਭਦਾ ਹੀ ਨਹੀਂ ਹੈ। ਪਰ ਫਿਰ ਵੀ ਇਹਨਾਂ ਧੀਆਂ ਨੇ, ਇਹਨਾਂ ਮੁੰਡਿਆਂ ਨੇ ਜੋ ਮਾਣ ਬਣਾਇਆ ਉਹ ਆਪਣੇ ਆਪ ਦੇ ਵਿੱਚ ਵਧਾਈ ਦੇ ਪਾਤਰ ਨੇ। ਸਿੱਖ ਸਦਭਾਵਨਾ ਦਲ ਦੇ ਦੂਸਰੇ ਜਥੇ ਨੂੰ ਪੁਲਿਸ ਨੇ ਰਸਤੇ ਵਿੱਚ ਰੋਕ ਲਿਆ। ਕਿਉਂ ਬਈ ਮੰਗ ਪੱਤਰ ਦੇਣ ਜਾਣਾ ਵੀ ਮਾੜੀ ਗੱਲ ਆ? ਐਕਚੁਅਲੀ ਬੇਸਿਕਲੀ ਜੀ ਉਹਨਾਂ ਦਾ ਪ੍ਰੋਗਰਾਮ ਹੈਗਾ ਵੀ ਜਿਹੜਾ ਤੁਸੀਂ ਉਸਾਰੀ ਕਰ ਰਹੇ ਹੋ ਇਹਨੂੰ ਹਾਲ ਦੀ ਕੜੀ ਰੋਕ ਕੇ ਤੇ ਪਹਿਲਾਂ ਉਹਦੀ ਕੰਪਲੀਟ ਕਰੋ ਜਿਹੜੀ ਸਾਡੀ ਵਿਰਾਸਤ ਥੱਲੋਂ ਨਿਕਲੀ। ਇਹ ਕਹਿੰਦੇ ਜੀ ਅਸੀਂ ਪਾਸੇ ਛੱਡਤੀ ਆ। ਇਹਨਾਂ ਨੇ ਇੱਕ ਲੈਂਟਰ ਪਾਤਾ ਵਾ, ਦੂਜਾ ਲੈਂਟਰ ਪਰਸੋਂ ਪਾ ਦੇਣਾ ਵਾ, ਲੈਂਟਰ ਪਾ ਕੇ ਕਹਿਣਾ ਜੋ ਕਰਨਾ ਕਰ ਲਓ, ਇਹ ਲੈਂਟਰ ਪਾ। ਬੇਸਿਕਲੀ ਉਹ ਜਿਹੜੀ ਜਗ੍ਹਾ ਵਾ ਉਹ ਸਰਕਾਰ ਦੀ ਆ, ਉਹ ਪੁੱਡਾ ਦੀ ਜਗ੍ਹਾ ਵਾ ਜਿਹੜੀ ਇਹਨਾਂ ਨੇ ਉਦੋਂ 1987 ਚ ਖਰੀਦੀ ਸੀ, 88 ਚ ਮਕਾਨ ਢਾਏ ਸੀ। ਸਰਕਾਰ ਕੋਈ ਇੰਟਰਸਟ ਨਹੀਂ ਲੈ ਰਹੀ ਸੀ। ਪਹਿਲੇ ਤੇ ਡੀਸੀ ਕਹਿ ਗਿਆ, ਅਸੀਂ ਕਹਿ ਗਿਆ ਸੀ ਵੀ ਕੰਮ ਬੰਦ ਕਰੋ, ਇਹ ਜਗ੍ਹਾ ਸਰਕਾਰੀ ਹੈ। ਲੇਕਿਨ ਉਸ ਤੋਂ ਬਾਅਦ ਨਾ ਸਰਕਾਰ ਨੇ ਕੋਈ ਕਾਰਵਾਈ ਕੀਤੀ। ਉਹ ਕਹਿੰਦੇ ਅਸੀਂ ਤੁਹਾਨੂੰ ਕੁਛ ਨਹੀਂ ਕਹਿੰਦੇ, ਤੁਸੀਂ ਸਾਰੀ ਜਗ੍ਹਾ ਮੰਨ ਲਓ। ਲੇਕਿਨ ਜਗ੍ਹਾ ਮੰਨਣ ਤੋਂ ਪਹਿਲਾਂ ਜਿਹੜੀ ਥੱਲੇ ਸਾਡੀ ਵਿਰਾਸਤ ਨਿਕਲੀ ਆ ਉਹਨੂੰ ਸੰਭਾਲ ਲਓ, ਫਿਰ ਜੋ ਮਰਜ਼ੀ ਕਰ ਲਿਓ। ਉਹ ਕਹਿੰਦੇ ਤੂੰ ਕੌਣ ਪੁੱਛਣਾ ਸਾਨੂੰ? 3 ਮੰਗਾਂ ਲੈ ਕੇ ਚੱਲਿਆ ਜੀ। ਪਹਿਲੀ ਮੰਗ ਇਹ ਆ ਤੇ ਦੂਸਰੀ ਮੰਗ 375 ਦਿਨਾਂ ਤੋਂ ਬੈਠਾ ਉਹ ਧਰਨਾ ਲਾ ਕੇ 328 ਸਰੂਪਾਂ ਨੂੰ ਲੈ ਕੇ ਅਦਾਲਤ ਨੇ ਉਹਦਾ ਮੁਕੱਦਮਾ ਥੱਲੇ ਖਾਰਜ ਕਰਤਾ। ਉਹ ਹਾਈ ਕੋਰਟ ਗਿਆ ਵੀ ਸਾਨੂੰ ਘੱਟੋ ਘੱਟ ਸਾਡੇ ਗੁਰੂ ਬਾਰੇ ਦੱਸ ਦਿਓ, ਹੈ ਕਿੱਥੇ ਆ? ਸਾਨੂੰ ਇਹ ਪੁੱਛਣ ਦਾ ਅਧਿਕਾਰ ਨਹੀਂ ਹੈਗਾ। ਅਗਲੀ ਗੱਲ ਉਹ ਕਹਿੰਦੀ ਜੀ ਵਿਰਾਸਤ ਤੁਸੀਂ ਸਾਡੀ ਹੈਗੀ ਉਹ ਗੁਰੂ ਰਾਮਦਾਸ ਸਾਹਿਬ, ਉਹ ਢਹਿ ਨਹੀਂ ਜੰਡੀ ਮਰਜ਼ੀ ਹੋ ਜਾਏ ਸੀ, ਸਾਨੂੰ ਜਿੰਨੀਆਂ ਮਰਜ਼ੀ ਕੁਰਬਾਨੀਆਂ ਕਰਨ। ਤੇ ਬੀਬੀ ਹੋਰੀ ਬਜੇਤ ਨੇ ਜੋ ਮਰਜ਼ੀ ਕਰ ਲਓ, ਢੋਣੀ ਅਸੀਂ ਤਾਂ ਤੁਸੀਂ ਰੋਕ ਕੇ ਵਿਖਾਇਆ ਸਾਨੂੰ। ਮੈਂ ਨਾ ਚੰਗਾ ਕੀਤਾ ਪੁਲਿਸ ਨੇ ਰੋਕ ਦਿੱਤਾ, ਨਹੀਂ ਤੇ ਜੋ 2005 ਦੇ ਸ਼੍ਰੋਮਣੀ ਖਾਲਸਾ ਪੰਚਾਇਤ ਨੂੰ ਹੋਇਆ ਸੀ ਉਹੀ ਹੋਣਾ ਸੀ। ਜਿਹੜਾ ਮੈਨੇਜਰ ਗੁੰਡਾ ਪ੍ਰਸ਼ਾਦ ਕਹਿੰਦਾ ਪੁਲਿਸ ਤੁਸੀਂ ਆਉਣ ਦੇ ਗਾਹ ਕੋਈ ਗੱਲ ਨਹੀਂ ਵੇਖ ਲਾਂਗੇ ਅਸੀਂ। ਤੂੰ ਕਹਿੰਦਾ ਤੂੰ ਤੇ ਵੇਖ ਲੈ, ਕੱਲ ਨੂੰ ਇੱਥੇ ਬੰਦਾ ਮਰ ਜਾਓਗੇ ਤੇ ਕੌਣ ਜ਼ਿੰਮੇਵਾਰ ਹੋਊ? ਮੁੜ ਕੇ ਸਾਫਾ ਸਾਡੇ ਘਰ ਚ ਬਣਿਆ ਨਾ ਵੀ ਤੁਸੀਂ ਕਿੱਥੇ ਸੀਗੇ। ਉਹ 2-3 SP ਲੱਗੇ, 4-5 DSP ਲੱਗੇ, 100-150 ਪੁਲਿਸ ਵਾਲੇ ਲੱਗੇ ਨੂੰ ਰੋਕਣ ਵਾਸਤੇ, ਭਾਈ ਤੁਸੀਂ ਨਾ ਜਾਓ, ਤੁਸੀਂ ਨਾ ਜਾਓ। ਉਹ ਕਹਿੰਦੇ ਤੁਸੀਂ ਰੋਕਦੇ ਬਣਨੇ ਜਾਂਦੇ ਅਸੀਂ। ਲੇਕਿਨ ਫਿਰ ਵੀ ਅੱਜ ਹੁਣ 11 ਵਜੇ ਉੱਥੋਂ 11 ਬੀਬੀਆਂ ਦਾ ਜੱਥਾ ਤੁਰੇਗਾ। ਉਹ ਕਿੱਧਰ ਦੀ ਜਾਏਗਾ, ਕਿਵੇਂ ਜਾਏਗਾ, ਜਾਏਗਾ ਜਾਣ ਦੇ ਕਿ ਨਹੀਂ ਜਾਣ ਦਿੰਦੇ ਉਹਨੂੰ। ਲੇਕਿਨ ਉਹਨਾਂ ਦੀ ਇੱਕੋ ਹੀ ਅਪੀਲ ਆ ਵੀ ਭਾਈ ਬਿਲਕੁਲ ਸ਼ਾਂਤੀ ਬਣਾਈ ਰੱਖੋ। ਜੇ ਇਹ ਮੂਰਖ ਹੋ ਗਏ ਤੁਸੀਂ ਮੂਰਖ ਨਾ ਬਣੋ, ਕਿਉਂਕਿ ਉਹ ਨੁਕਸਾਨ ਪਹੁੰਚਾਉਂਦੇ ਕਿਸੇ ਚੀਜ਼ ਦਾ।
ਇਹਨਾਂ ਦਾ ਕੋਈ ਜਾਣਾ ਨਹੀਂ। 2005 ਦੇ ਵਿੱਚ ਕੰਧ ਤੇ ਲਿਖਿਆ ਸੱਚ ਹੈ, ਬੀਬੀ ਜਗੀਰ ਕੌਰ ਪ੍ਰਧਾਨ ਸੀ ਤੇ ਬਕਾਇਦਾ ਤੌਰ ਤੇ ਗੁਰਦੁਆਰਾ ਸਤਾਣੀ ਸਾਹਿਬ ਦਾ ਕਬਜ਼ਾ ਲੈਣਾ ਸੀ ਤੇ 2 ਬੰਦੇ ਮਾਰਤੇ ਸਾਕੇ ਦੇ ਬਾਬੇ ਦੇ। 2 ਬੰਦੇ ਮਾਰਨ ਤੋਂ ਬਾਅਦ ਬੀਬੀ ਨੇ ਦਬਕਾ ਮਾਰ ਕੇ ਜਿਹੜਾ ਡੀਜੀਪੀ ਵਿਰਕ ਸੀਗਾ ਤੇ ਪਰਚਾ ਵੀ ਉਹਨਾਂ ਬੰਦਿਆਂ ਤੇ ਕਰਾਤਾ ਜਿਹਨਾਂ ਆਪਣੇ ਬੰਦੇ ਮਾਰਿਆ ਜੀ। ਉਹਨਾਂ ਨੂੰ ਕੀ ਫਰਕ ਪੈਂਦਾ? ਖੰਨਾ ਚ ਮਾਰਾ ਵਿੱਚ ਮੱਕੜ ਪ੍ਰਧਾਨ ਸੀਗਾ, 2 ਵਿਚਾਰੇ ਗਰੀਬ ਪਰਿਵਾਰ ਸੀਗੇ ਜਿਹੜੇ ਕਈ ਮੇਰੇ ਖਿਆਲ ਦਹਾਕਿਆਂ ਤੋਂ ਪਹਿਲੀ ਵਾਰ ਹੈ ਜੀ ਠੇਕਾ ਦੇ ਰਹੇ ਸੀ, ਸਿਰਫ ਉਹਨਾਂ ਕੋਲ ਖੋ ਕੇ ਆਪਣੇ ਸਿੱਪਾ ਸਰੋਂ ਦੀ ਜ਼ਮੀਨ ਦੇਣੀ ਸੀਗੀ। ਉਹ ਵਿਚਾਰੇ ਰੋਕਣ ਆਏ ਵੀ ਭਾਈ ਤੁਸੀਂ ਸਾਡੀ ਏਦਾਂ ਨਾ ਕਰੋ, ਤੁਸੀਂ ਤਾਂ ਬਹਿ ਕੇ ਗੱਲ ਕਰੋ, ਤੇ ਗੋਲੀਆਂ ਮਾਰ ਕੇ 2 ਬੰਦੇ ਉਹ ਮਾਰਤੇ ਜੀ, 2 ਭਰਾ ਮਾਰਤੇ। ਇਹ ਭਾਈ ਗੁਰੂ ਦੀ ਜਾਇਦਾਦ ਜਿਹੜੀ ਆ ਉਹ ਸੰਗਤ ਵਾਸਤੇ ਆ। ਗੁਰੂ ਸਾਹਿਬ ਨੇ ਆਪਣੇ ਕੋਲੋਂ 700 ਏਕੜ ਖਰਚ ਕਰਕੇ ਜਗ੍ਹਾ ਲਈ ਸੀ ਜਿਹੜੀ 4-5 ਪਿੰਡਾਂ ਦੀ, ਉਹ ਲੋਕਾਂ 'ਚ ਵੰਡਤੀ ਸੀ। ਭਾਈ ਇੱਥੇ ਆਪਣੇ ਕਾਰੋਬਾਰ ਕਰੋ, ਇੱਥੇ ਆਪਣੇ ਮਕਾਨ ਬਣਾਓ, ਰੌਣ ਸੀ ਸਾਡੇ ਕੋਲ। ਵਾਹ ਜੀ, ਤੁਸੀਂ ਇਤਿਹਾਸ ਪੜ੍ਹੋ ਸਾਡਾ। ਇਸ ਕਰਕੇ ਬੀਬੀ ਤੋਂ ਕੋਈ ਆਸ ਨਹੀਂ ਕੀਤੀ ਜਾਂਦੀ। ਇਸ ਕਰਕੇ ਸਾਡੀ ਸਿੱਖ ਸਤਪਾਲ ਦਲ ਦੇ ਭਾਈ ਬਲਦੇਵ ਸਿੰਘ ਵਡਾਲਾ ਨੂੰ ਬੇਨਤੀ ਆ ਕਿ ਭਾਈ ਤੁਸੀਂ ਪ੍ਰੋਟੈਸਟ ਕਰ ਰਹੇ ਹੋ, ਸ਼ਾਂਤਮਈ ਪ੍ਰੋਟੈਸਟ ਕਰੋ। ਕਿਸੇ ਜੀਵ ਦਾ, ਕਿਸੇ ਵਿਅਕਤੀ ਦਾ ਕੋਈ ਨੁਕਸਾਨ ਇਹਨਾਂ ਨੂੰ ਕਰਨ ਲੱਗਿਆ ਕੋਈ ਟਾਈਮ ਨਹੀਂ ਲੱਗਣਾ। ਇਹ ਗੁੰਡਾ ਪ੍ਰਸ਼ਾਸਨ ਜਿਹੜੇ ਨਜ਼ਰ ਲੱਗੇ ਉਹਨਾਂ ਨੂੰ ਮਿੰਟੋ ਮਿੰਟੀ ਕਰ ਦੇਣਾ, ਕਿਸੇ ਨੇ ਨਹੀਂ ਰੱਖਣਾ। ਆਪਣੇ ਜੀ ਬਚਾਓ, ਕੋਈ ਗੱਲ ਨਹੀਂ। ਜੇ ਇਹ ਵਿਰਾਸਤ ਨਹੀਂ ਬਚੂਗੀ ਤੇ ਅੱਗੇ ਵੀ ਵਿਰਾਸਤਾਂ ਬਥੇਰੀਆਂ ਤਬਾਹ ਕੀਤੀਆਂ ਨੇ, ਕੋਈ ਗੱਲ। ਚਲੋ, ਵੌਇਸ ਆਫ ਸਿਟੀ 1320 AM ਤੇ ਤੁਸੀਂ ਸੁਣਦੇ ਦੇਖਦੇ ਜਾ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ। ਇਹਨਾਂ ਨੂੰ ਆਪਣਾ ਜੇ ਕੋਈ ਰੁਤਬਾ ਮਿਲਿਆ, ਅਹੁਦਾ ਮਿਲਿਆ ਹੈ ਤਾਂ ਇਤਿਹਾਸ ਦੇ ਕਿਸੇ ਚੰਗੇ ਪੰਨੇ ਤੇ ਲਿਖਾ ਕੇ ਜਾਣਾ ਚਾਹੀਦਾ। ਤੁਹਾਡੇ ਕੋਲ ਅੱਜ ਕੁਰਸੀ ਹੈਗੀ ਹੈ, ਇਸ ਕੁਰਸੀ ਦਾ ਫਾਇਦਾ ਨਾ ਉਠਾਓ, ਇਸ ਕੁਰਸੀ ਦਾ ਫਾਇਦਾ ਕਰੋ। ਆਪਾਂ ਗੱਲ ਕੀਤੀ ਸੀਗੀ ਮਤਲਬ ਬਲਾਕ ਲੈਵਲ ਦੇ ਉੱਤੇ ਮਤਲਬ ਟ੍ਰੇਨਿੰਗ ਕੈਂਪ ਖੋਲ੍ਹਣ ਦੀ, ਫਿਰ ਡਿਸਟ੍ਰਿਕਟ, ਫਿਰ ਤਹਿਸੀਲ ਲੈਵਲ 'ਤੇ, ਫਿਰ ਡਿਸਟ੍ਰਿਕਟ ਲੈਵਲ 'ਤੇ। ਪਹਿਲਾਂ ਇਵੇਂ ਮੁਕਾਬਲੇ ਹੁੰਦੇ ਸੀ, ਫਿਰ ਸਟੇਟ ਲੈਵਲ 'ਤੇ ਬੰਦ ਖਿਡਾਰੀ ਨਿਕਲਦੇ ਸੀ, ਫਿਰ ਉਹਨਾਂ ਨੂੰ ਟੀਮ ਦੇ ਵਿੱਚ ਸ਼ਾਮਲ ਕੀਤਾ ਜਾਂਦਾ। ਸੁਨਹਿਰੀ ਦੌਰ ਸੁਣਦੇ ਰਹੇ ਹਾਂ। ਖੈਰ ਹੁਣ ਵੀ ਕਦੇ ਕੋਈ ਚੰਗੀ ਸਰਕਾਰ ਆਵੇ, ਸੂਬਿਆਂ ਦੇ ਵਿੱਚ ਚੰਗੇ ਲੋਕ ਆ ਜਾਣ, ਖੇਡ ਪ੍ਰੇਮੀ ਪ੍ਰਤੀ ਉਹਨਾਂ ਦੀ ਖੇਡ ਪ੍ਰਤੀ ਸਿਰਫ ਇਹੀ ਨਾ ਹੋਵੇ ਕਿ ਬਾਹਰ ਬੈਠ ਕੇ ਉੱਧਰ ਮੈਚ ਆ ਰਿਹਾ ਸੀ, ਭਾਰਤ ਦੇ ਪ੍ਰਧਾਨ ਮੰਤਰੀ ਸਾਹਿਬ ਵੇਖ ਰਹੇ ਸਨ। ਉਹਨਾਂ ਨੂੰ ਉਦੋਂ ਇਹੋ ਜਿਹਾ ਕੋਈ ਫੈਸਲਾ ਲੈਣਾ ਚਾਹੀਦਾ ਸੀਗਾ ਕਿ ਅਸੀਂ ਵੱਡੇ ਵੱਡੇ ਮਤਲਬ ਮੂਰਤੀਆਂ ਤੇ ਬਣਾ ਰਹੀਆਂ, ਇਹ 200-400 ਕਰੋੜ ਰੁਪਈਆ, 500 ਕਰੋੜ ਰੁਪਈਆ ਖਿਡਾਰੀਆਂ ਵਾਸਤੇ ਵੀ ਰੱਖਣ, ਔਰ ਸਖਤੀ ਨਾਲ ਕਹਿਣ ਕਿ ਇਹਦੇ ਵਿੱਚ ਜੇ ਕਿਸੇ ਨੇ ਹੇਰਾਫੇਰੀ ਕੀਤੀ ਸਖਤ ਸਜ਼ਾਵਾਂ ਹੋਣਗੀਆਂ। ਕਰ ਸਕਦਾ ਯਾਰ, ਇੱਕ ਹੁਕਮ ਹੋਵੇ ਨਾ ਪ੍ਰਧਾਨ ਦਾ, ਜੋ ਮਰਜ਼ੀ ਕਰਵਾ ਸਕਦੇ ਹੋ। ਛੋਟੇ ਛੋਟੇ ਨਿਆਣਿਆਂ ਤੋਂ ਜਿੰਨੇ ਮਰਜ਼ੀ ਉਹ ਟ੍ਰੇਨਿੰਗ ਦੇਵੋ ਉਹਨਾਂ ਨੂੰ। ਤੁਸੀਂ ਤਗਮਿਆ 125-30 ਕਰੋੜ ਦੀ ਆਬਾਦੀ ਆ, ਜਿੰਨੇ ਮਰਜ਼ੀ ਲੈ ਲਓ। ਸ਼ੁਰੂਆਤ ਦੇ ਵਿੱਚ ਟ੍ਰੇਨਿੰਗ ਹੋਣੀ ਚਾਹੀਦੀ ਹੈ। ਅਤੇ ਉਸ ਦੇਸ਼ ਦੇ ਬਸ਼ਿੰਦੀਆਂ ਬੀਬੀਆਂ ਕਹਿ ਰਹੀਆਂ ਨੇ ਕਿ ਅਸੀਂ ਦੁੱਧ ਦਾ ਪੂਰਾ ਇਸ ਕਰਕੇ ਘਾਟਾ ਕਰਦੇ ਸਾਂ ਵੀ ਪਾਣੀ ਪਾ ਕੇ ਪੀ ਲੈਂਦੇ ਸਾਂ, ਅਤੇ ਉੱਥੋਂ ਫਿਰ ਸੋਨੇ ਦੇ ਤਗਮਿਆਂ ਦੀ ਆਸ ਰੱਖਣੀ ਤਾਂ ਫਿਰ ਹਾਸਾ ਹੀ ਹੈ ਨਾ। ਅਮੀਰ ਲਿਖਦਾ ਕਿ ਸ਼੍ਰੀਮਾਨ ਜੀ ਨੇ ਲਿਖਿਆ, ਹੁਣ ਇਹ ਸ਼੍ਰੀਮਾਨ ਜੀ ਆਪਾਂ ਕਿਸੇ ਵੇਲੇ ਗੱਲ ਕਰਦੇ ਹੁੰਦੇ ਨਾ ਕਿ ਇਹ ਵੇਲੇ ਉਹ ਸ਼੍ਰੀਮਾਨ ਜੀ ਕਿਹਦੀ ਗੱਲ ਕਰਦੇ ਹੋ, ਇਹ ਹੁੰਦਾ ਤਲਖੀ ਨਾ ਹੁੰਦਾ ਸ਼੍ਰੀਮਾਨ ਜੀ ਕਹਿਣਾ। ਪੰਜਾਬ ਸਰਕਾਰ ਨੇ ਤਾਂ ਜ਼ਿਲ੍ਹੇ ਪੱਧਰ ਤੇ ਕੋਚਾਂ ਦੀਆਂ ਅਸਾਮੀਆਂ ਹੀ ਖਤਮ ਕਰਤੀਆਂ, ਤੁਸੀਂ ਟ੍ਰੇਨਿੰਗ ਕੈਂਪ ਦੀ ਗੱਲ ਕਰਦੇ ਹੋ। ਆ ਟੈਕਸ ਹੈ ਇੰਡੀਆ ਦਾ, ਲੱਗਦਾ ਕੋਈ ਵਟਸਐਪ 'ਤੇ ਆ, ਮੇਰਾ ਵੀਰ ਕੋਈ ਸੁਣ ਰਿਹਾ, ਉਹਨੇ ਕੋਈ ਮੈਸੇਜ ਭੇਜਿਆ। ਧੰਨਵਾਦ ਜੀ ਤੁਹਾਡਾ, ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ। ਧਿਆਨ ਸਿੰਘ ਮੰਡ ਨੇ ਮੰਤਰੀਆਂ ਦਾ ਪੱਤਰ ਰੱਦ ਕਰਤਾ, ਕੀ ਕਹਿਣਾ ਚਾਹੋਗੇ? ਮੈਂ ਇਸ ਤੋਂ ਪਹਿਲਾਂ ਪਿਛਲੀ ਗੱਲ ਥੋੜੀ ਕਲੀਅਰ ਕਰ ਰਿਹਾ ਜੀ। ਗੁਰਜੀਤ ਕੌਰ ਦੇ ਪਿੰਡ ਦੇ ਵਿੱਚ ਸਾਡੇ ਜ਼ਿਲ੍ਹਾ ਪ੍ਰੀਸ਼ਦ ਦੇ ਚੇਅਰਮੈਨ ਨੇ ਦਲਰਾਜ ਸਿੰਘ ਸਰਕਾਰੀਆ, ਉਹ ਜਾ ਕੇ ਅਨਾਉਂਸ ਕਰ ਰਹੇ ਵੀ ਇੱਥੇ ਅਸੀਂ ਸਟੇਡੀਅਮ ਬਣਾਵਾਂਗੇ। ਚੰਗੀ ਗੱਲ, ਕੱਲੇ ਸਟੇਡੀਅਮ ਬਣਾਇਆ ਕੁਛ ਨਹੀਂ ਬਣਨਾ, ਉੱਥੇ ਜਿਹੜੇ 30 ਖਿਡਾਰੀ ਵੀ ਪੈਦਾ ਕਰੋ, ਕੋਚ ਰੱਖੋ ਬਕਾਇਦਾ ਤੌਰ ਤੇ, ਘਰ ਘਰ ਜੋ ਬੱਚਾ ਜਿਹੜਾ ਖੇਡਣ ਨੂੰ ਘਰੋਂ ਖਿੱਚ ਕੇ ਲੈ ਕੇ ਆਓ, ਭਾਈ ਤੂੰ ਖੇਡ ਆ ਕੇ ਖੇਡ। ਹਾਂ, ਜਿਹੜੀ ਗੁਰਜੀਤ ਦਾ ਫਾਦਰ ਉਹਨੂੰ ਆਪਣੇ ਸਾਈਕਲ ਤੇ ਬਹਾ ਕੇ 12 ਕਿਲੋਮੀਟਰ ਲੈ ਕੇ ਜਾਂਦਾ ਰਿਹਾ ਉੱਥੇ ਖੇਡਣ ਵਾਸਤੇ, ਜਿੱਥੇ ਜਾ ਕੇ ਖੇਡਣ ਜਾਂਦੀ ਸੀ। 12 ਕਿਲੋਮੀਟਰ ਆਉਣਾ, ਬਲਕਿ ਮੁੜ ਜਾਣਾ, ਕਿੰਨੀ ਵੱਡੀ ਕੁਰਬਾਨੀ ਹੈ। ਅਸੀਂ ਬਾਹਰ ਬੈਠੇ ਕਹਿੰਦੇ ਲੈਣੇ ਕੀਤੇ ਕੱਖ ਨਹੀਂ ਕੁੜੀਆਂ ਨੇ। ਹੁਣ ਉਹਦਾ ਤੇ ਇੱਕ ਜਿਹੜਾ ਦੂਸਰਾ ਮੁੰਡਾ ਸਾਡਾ ਅਟਾਰੀ ਦਾ, ਉੱਥੇ ਜਿਹੜੇ DC ਸਾਡੇ MLA ਨੇ, ਉਹਨੇ ਵੀ ਕਹਿ ਦਿੱਤਾ ਵੀ ਅਸੀਂ ਸਟੇਡੀਅਮ ਬਣਾਵਾਂਗੇ, ਲੇਕਿਨ ਭਾਈ ਤੁਹਾਡੇ ਤੋਂ ਮਹੀਨੇ ਕਿੰਨੇ ਰਹਿ ਗਏ? 2 ਮਹੀਨੇ ਤੁਸੀਂ ਕੀ ਕਰੋਗੇ?
ਮੁੜ ਕੇ ਕਿਸੇ ਚੇਤਾ ਭੁੱਲ ਜਾਣਾ ਵੀ ਇੱਥੇ ਸਟੇਡੀਅਮ ਬਣਾਉਣਾ ਸੀ। ਜਾਂ ਤੇ ਸਰਕਾਰੀ ਪੱਧਰ ਤੇ ਅਨਾਉਂਸਮੈਂਟ ਹੋਵੇ ਵੀ ਇਹ ਕੰਮ ਅਸੀਂ ਕਰਾਂਗੇ। ਹਾਲ ਦੀ ਕੜੀ ਤੁਸੀਂ ਲੋਕਾਂ ਦੀ ਦਿਲ ਰੱਖਣੀਆਂ ਗੱਲਾਂ ਨਾ ਕਰੋ। ਗਵਰਨਮੈਂਟ ਲੈਵਲ ਤੇ ਨੋਟੀਫਿਕੇਸ਼ਨ ਜਾਰੀ ਕਰਾ ਦਿਓ ਕਿ ਇੱਥੇ ਸਟੇਡੀਅਮ ਬਣੇਗਾ ਤੇ ਫਿਰ ਅਗਲੀ ਸਰਕਾਰ ਨੂੰ ਫਿਕਰ ਹੋਵੇ ਬਣਾਉਣਾ ਸਟੇਡੀਅਮ। ਪਰ ਉਹ ਨਹੀਂ ਕੰਮ ਹੋਣਾ, ਨਾ ਕਿਸੇ ਕਰਨਾ ਵਾ। ਜਿਹੜੀ ਗੱਲ ਤੁਸੀਂ ਗੱਲ ਕੀਤੀ ਹੁਣ ਧਿਆਨ ਸਿੰਘ ਮੰਡ ਦੀ, ਧਿਆਨ ਸਿੰਘ ਮੰਡ ਜਿਹੜਾ ਸ਼੍ਰੋਮਣੀ ਕਮੇਟੀ ਟਾਸਕ ਫੋਰਸ ਤੋਂ ਆਪ ਇਕੱਲੇ ਖਾਊਗਾ, ਨਾਲ ਜਿਹੜੇ ਮੰਤਰੀ ਨੂੰ ਜ਼ਰੂਰ ਪਾਊਗਾ। ਧਿਆਨ ਸਿੰਘ ਮੰਡ ਹੋਰਾਂ ਨੂੰ ਉੱਥੇ ਜੇ ਕਿਤੇ 2 ਬੰਦੇ ਨਾਲ ਬਹਿਣ ਤੇ ਉਹ ਅਕਾਲ ਤਖਤ ਤੇ ਬਹਿ ਨਹੀਂ ਦਿੰਦੇ ਐਜੀਪੀਸੀ ਵਾਲੇ। ਤੁਸੀਂ ਕਿੱਧਰ ਆ ਕੇ ਅਕਾਲ ਤਖਤ ਦੇ ਸਾਹਮਣੇ ਖਲੋ ਕੇ ਕੋਈ ਸੰਦੇਸ਼ ਨਹੀਂ ਪੜ੍ਹਨ ਦਿੰਦੇ। ਤੁਸੀਂ ਕਿੱਧਰ ਆ ਕੇ ਤੁਹਾਨੂੰ ਪਤਾ ਕਿੰਨੀ ਬੜੀ ਧੱਕਾ ਮੁੱਕੀ ਉੱਥੇ ਹੋਈ ਹੈ, ਕਿੰਨਾ ਕੁਛ ਉੱਥੇ ਹੋਇਆ। ਜਿਹੜੀ ਬੀਬੀ ਜਗੀਰ ਕੌਰ ਅੱਜ ਇਹ ਗੱਲ ਕਹਿੰਦੀ ਆ ਵੀ ਵੇਖੋ ਸਿੱਧੂ ਨੇ ਮਰਿਆਦਾ ਦੀ ਲੰਘਣ ਕੀਤੀ ਆ, ਉਹਨੂੰ ਇੱਕ ਗੈਰ ਸਿੱਖ ਨੇ ਗੁਰਦੁਆਰੇ ਦੇ ਸਰੂਪਾ ਕਿਉਂ ਦਿੱਤਾ? ਤੇ ਬੀਬੀ ਜੀ ਜਦੋਂ ਤੁਸੀਂ ਗੈਰ ਸਿੱਖਾਂ ਨੂੰ ਸਰੂਪੇ ਦਰਬਾਰ ਸਾਹਿਬ ਜਾਂਦੇ ਉਦੋਂ ਮਰਿਆਦਾ ਦੀ ਲੰਘਣ ਨਹੀਂ ਹੁੰਦੀ। ਨਾ 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 ਨਾ, ਅਸੀਂ ਤੇ ਮਰਿਆਦਾ ਬਣਾਉਣ ਵਾਲੇ ਆ। ਹੁਣ ਧਿਆਨ ਸਿੰਘ ਮੰਡ ਨੇ ਕਹਿਤਾ ਜਿਹੜਾ ਉਹਨਾਂ ਪੱਤਰ ਲਿਖਿਆ ਸੀ, ਪੱਤਰ ਉਹਨਾਂ ਕੀ ਲਿਖਿਆ ਸੀ? ਉਸ ਪੱਤਰ 'ਚ ਲਿਖਿਆ ਵੀ ਮੰਡ ਸਾਹਿਬ ਤੁਹਾਡੀ ਜਥੇਦਾਰੀ ਨੂੰ ਸਾਡੀਆਂ ਮਾਨਤਾ ਪ੍ਰਾਪਤ ਜਿਹੜੀਆਂ ਧਾਰਮਿਕ ਸੰਸਥਾਵਾਂ ਉਹ ਮਾਨਤਾ ਨਹੀਂ ਦਿੰਦੀਆਂ। ਤੁਹਾਨੂੰ ਸ਼੍ਰੋਮਣੀ ਕਮੇਟੀ ਮਾਨਤਾ ਨਹੀਂ ਦਿੰਦੀ, ਦਿੱਲੀ ਕਮੇਟੀ ਦੀ ਮਾਨਤਾ ਦਿੰਦੀ, ਹਜ਼ੂਰ ਸਾਹਿਬ ਕਮੇਟੀ ਮਾਨਤਾ ਨਹੀਂ ਦਿੰਦੀ, ਪਟਨਾ ਸਾਹਿਬ ਕਮੇਟੀ ਵੱਡੀਆਂ ਕਮੇਟੀਆਂ ਤੇ ਹੋ ਗਈਆਂ ਨੇ। ਤੁਹਾਨੂੰ ਤੁਹਾਡੀ ਦਮਦਮੀ ਟਕਸਾਲ ਜਿਹੜੀ ਉਹ ਮਾਨਤਾ ਨਹੀਂ ਦਿੰਦੀ। ਇਸ ਕਰਕੇ ਤੁਸੀਂ ਇੱਥੇ ਖੱਲਰ ਪਾਉਣ ਦੀ ਸਵਾਏ ਤੁਸੀਂ ਕਿਤੇ ਬਾਹਰ ਮੀਟਿੰਗ ਰੱਖ ਲਓ, ਅਸੀਂ ਜਿੱਥੇ ਕੋ ਆ ਜਾਵਾਂਗੇ। ਤੁਸੀਂ ਅਕਾਲ ਤਖਤ ਤੇ ਜਿੱਦ ਨਾ ਕਰੋ, ਸਾਨੂੰ ਕੋਈ ਇਤਰਾਜ਼ ਨਹੀਂ। ਨਾਲੇ ਮੰਡ ਸਾਹਿਬ ਤੁਹਾਡੀ ਗੱਲਬਾਤ ਸਿਰਫ ਮੁੱਖ ਮੰਤਰੀ ਨਾਲ ਸੀਗੀ। ਕਿੰਨੀ ਵਾਰ ਤੁਸੀਂ ਮੁੱਖ ਮੰਤਰੀ ਨਾਲ ਗੱਲ ਕੀਤੀ ਹੈ? ਸਾਰਾ ਪ੍ਰੋਗਰਾਮ ਤਾਂ ਤੁਹਾਡੇ ਜਿੱਥੇ ਤੁਸੀਂ ਰਹਿੰਦੇ ਸੀ ਉੱਥੇ ਜਿਹੜੇ ਕੋਲੇ ਇਸ਼ਨਾਨ ਪਾਣੀ ਕਰਨੇ ਉੱਥੇ ਤੁਹਾਡਾ OSD ਆ ਕੇ ਗਿਆ, ਮੁੱਖ ਮੰਤਰੀ ਤੁਹਾਡੇ ਨਾਲ ਗੱਲਬਾਤ ਕਰਕੇ ਗਿਆ। ਸਾਡਾ ਕੀ ਕਸੂਰ ਹੈ? ਅਸੀਂ ਫਿਰ ਤੁਹਾਨੂੰ ਕਹਿਣਾ ਹੈ, ਸੁਨੇਹਾ ਦੇਣਾ ਹੈ ਮੁੱਖ ਮੰਤਰੀ ਸਾਹਿਬ ਦਾ। ਇਸ ਕਰਕੇ ਅਸੀਂ ਕਸੂਰਵਾਰ ਨਹੀਂ, ਤੁਹਾਨੂੰ ਵੀ ਪਤਾ ਕਸੂਰਵਾਰ ਕਰਾਂ। ਲੇਕਿਨ ਫਿਰ ਵੀ ਜੇ ਤੁਸੀਂ ਕਹਿੰਦੇ ਵੀ ਅਸੀਂ ਸਪਸ਼ਟੀਕਰਨ ਦਈਏ, ਮਿਲ ਕੇ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ। ਲੇਕਿਨ ਤੁਸੀਂ ਅਕਾਲ ਤਖਤ ਦਰਬਾਰ ਸਾਹਿਬ ਤੋਂ ਇਲਾਵਾ ਕੋਈ ਹੋਰ ਉਹ ਜਗ੍ਹਾ ਚੁਣ ਲਓ। ਅੱਗੋਂ ਮੰਡ ਸਾਹਿਬ ਨੇ ਉਹਨਾਂ ਦੀ ਅਪੀਲ ਟੋਟਲੀ ਸਿਰੇ ਤੋਂ ਰੱਦ ਕਰ ਦਿੱਤੀ। ਤੁਸੀਂ ਕੋਲ ਨਿਕਲ ਕੇ ਵੀ ਅਕਾਲ ਤਖਤ ਦੀ ਕੋਈ ਮਰਿਆਦਾ ਹੁੰਦੀ ਹੈ? ਮਰਿਆਦਾ ਇਹ ਕਿ ਅਕਾਲ ਤਖਤ ਤੇ ਪੇਸ਼ ਹੋ। ਉਹ ਮੰਡ ਸਾਹਿਬ ਫਿਰ ਉਹੀ ਗੱਲ ਆਉਂਦੀ ਵੀ ਤੁਸੀਂ ਟੱਬੇ ਨਾ ਖਾਇਓ, ਆਪ ਵੀ ਨਾ ਖਾਇਓ ਤੇ ਉਹਨਾਂ ਨੂੰ ਪਵਾਇਓ। ਜੇ ਉਹ ਕਹਿੰਦੇ ਆ ਤੇ ਬਾਹਰ ਜਿੱਥੇ ਤੁਹਾਡਾ ਆਪਣਾ ਕੋਈ ਗੁਰਦੁਆਰਾ ਉੱਥੇ ਰੱਖ ਲਓ। ਬਥੇਰੇ ਗੁਰਦੁਆਰੇ ਹੈਗੇ। ਲੇਕਿਨ ਮੰਡ ਸਾਹਿਬ ਨੂੰ ਕੌਣ ਸਮਝਾਵੇ ਹੁਣ ਵੀ ਤੁਸੀਂ ਇੰਝ ਨਹੀਂ ਇੰਝ ਕਰੋ ਜੀ। ਹੁਣ ਉਹ ਵੇਖੋ 11 ਤਰੀਕ ਨੂੰ ਆਉਂਦੇ ਆ ਜਾਂ ਨਹੀਂ ਆਉਂਦੇ। ਉਹਨਾਂ ਤੱਪੜ ਚਾਰੀ ਸਿੱਧੀ ਮੁੱਖ ਮੰਤਰੀ ਦੇ ਕਰਤੀ ਵੀ ਤੁਹਾਡੀ ਸਿੱਧੀ ਮੁੱਖ ਮੰਤਰੀ ਨਾਲ ਗੱਲ ਹੋਈ ਆ। ਅਸੀਂ ਤਾਂ ਸਿਰਫ ਉਹਦੇ ਏਲਚੀ ਬਣ ਕੇ ਆਏ ਸੀ ਤੇ ਤੁਸੀਂ ਜੇ ਆਂਦੇ ਹੁੰਦੇ ਕਮਰੇ ਨੂੰ ਮਾਰੋ, ਮਾਰਨਾ ਤੇ ਕਮਰੇ ਦੀ ਮਾਂ ਨੂੰ ਮਾਰੋ। ਜੀ ਜੀ। ਅੱਛਾ, ਇੱਕ ਮੇਰਾ ਸਵਾਲ ਆ, 2-3 ਮਿੰਟ ਨੇ ਆਪਾਂ ਕਵਰ ਕਰਨਾ ਪੂਰੇ 11:56 ਹੋ ਗਏ ਨੇ ਤੇ ਜ਼ਰੂਰੀ ਹੈ। RSS ਦੇ ਪਤਾ ਲੱਗਾ ਹੈ ਕਿ ਮੁਖੀ ਗੈਰ ਭਾਜਪਾ ਦੇ ਮੁੱਖ ਮੰਤਰੀਆਂ ਨੂੰ ਮਿਲਣ ਦਾ ਪ੍ਰੋਗਰਾਮ ਬਣਾ ਰਹੇ ਨੇ। ਬਿਲਕੁਲ ਜੀ। RSS ਦੇ ਮੁਖੀ ਜਿਹੜੇ ਭਾਜਪਾ ਨੇ ਉਹ ਜਿਹੜੇ ਆ ਉਹ ਗੈਰ ਭਾਜਪਾ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਜਿਹੜੇ ਉਹ ਮਿਲ ਰਹੇ ਨੇ। ਉਹ 5 ਤੇ 6 ਨੇ। ਉਹ 'ਚ ਪੰਜਾਬ ਸ਼ਾਮਲ ਨਹੀਂ ਹੈਗਾ, ਇਹ ਵੀ ਤੁਹਾਨੂੰ ਦੱਸ ਦਿੰਦਾ। ਉਹਦੇ ਵਿੱਚ ਤਾਮਿਲਨਾਡੂ ਸ਼ਾਮਲ ਆ, ਉਹਦੇ ਵਿੱਚ ਮਹਾਰਾਸ਼ਟਰ ਸ਼ਾਮਲ ਆ, ਉਹਦੇ ਵਿੱਚ ਕੇਰਲਾ ਸ਼ਾਮਲ ਆ, ਉਹਦੇ ਵਿੱਚ ਸ਼ਾਇਦ ਦੋ ਹੋਰ ਸਟੇਟ ਹੈਗੀਆਂ। ਪੰਜਾਬ ਵਾਲਿਆਂ ਨੂੰ ਪਹਿਲਾਂ ਕਦੇ ਮਿਲ ਚੁੱਕੇ ਹੋਣੇ ਅੰਦਰ ਖਾਤੇ, ਤਾਂ ਕਰਕੇ ਲੋੜ ਕੀ ਆ? ਪੰਜਾਬ ਵਾਲੇ ਨੂੰ ਕੈਪਟਨ ਅਮਰਿੰਦਰ ਸਿੰਘ, ਹਾਂ ਜੇ ਕਿਤੇ ਸਰਕਾਰ ਦੂਜੀ ਹੁੰਦੀ ਤੇ ਸ਼ਾਇਦ ਕਹਿੰਦੇ ਵੀ ਮਿਲ ਕੇ ਆਵਾਂਗੇ ਨਾ ਮਿਲ ਸੀ, ਲੇਕਿਨ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਨਹੀਂ ਲਿਖਿਆ ਉਹਨਾਂ ਨੇ। ਚਲੋ ਕੋਈ ਨਹੀਂ, ਆਪਣਾ ਹੀ ਬੰਦਾ। ਲੇਕਿਨ ਉਹ ਕਹਿੰਦੇ ਆ ਵੀ ਅਸੀਂ ਪਹਿਲੀ ਵਾਰੀ ਨਹੀਂ ਮਿਲਣ ਲੱਗੇ ਇਹਨਾਂ ਨੂੰ। ਜਿਹੜੇ ਸਾਡੇ ਦੂਸਰੇ ਪ੍ਰਧਾਨ ਗੋਲਵਾਲਕਰ ਸੀ ਉਹ ਵੀ ਮਿਲਦੇ ਰਹੇ। ਜਿਨ੍ਹਾਂ ਦੇ ਪੂਰਨਿਆਂ ਤੇ ਅੱਜ RS ਤੇ BJP ਚੱਲ ਰਹੀ ਹੈ।
ਜਿਨ੍ਹਾਂ ਨੇ ਇੰਨੀ ਗੱਲ ਕਹੀ ਸੀ ਕਿ 6 ਜਿਹੜੇ ਧਰਮਾਂ ਦੇ ਲੋਕ ਇੰਡੀਆ 'ਚ ਰਹਿ ਸਕਦੇ ਨੇ, ਬਾਕੀ ਜਿਹੜਾ 7ਵਾਂ ਉਹ ਨਹੀਂ ਰਹਿ ਸਕਦਾ। ਜੇ ਉਹਨੇ ਰਹਿਣਾ ਵਾ ਤਾਂ ਉਹਨੂੰ 2 ਨੰਬਰ ਦੇ ਸ਼ਹਿਰੀ ਬਣ ਕੇ ਰਹਿਣਾ ਪਊ। ਉਹਦੇ ਜਿਹੜੇ ਪਦ ਨੇ ਚੱਲ ਕੇ ਕਹਿੰਦੇ ਉਹ ਗੋਲਕਰ ਮਿਲਦੇ ਰਹੇ ਆ, ਇਸ ਕਰਕੇ ਜਿਹੜੇ ਭਾਗਵਤ ਸਾਹਿਬ ਵੀ ਮਿਲਣਗੇ, ਉਹਨਾਂ ਨਾਲ ਡਿਸਕਸ ਕਰਨਗੇ, ਹਿੰਦੂ ਧਰਮ ਬਾਰੇ ਗੱਲ ਕਰਨਗੇ, ਦੇਸ਼ ਬਾਰੇ ਕਰਨਗੇ, ਸੰਵਿਧਾਨ ਬਾਰੇ ਕਰਨਗੇ। ਹੁਣ ਅੱਗੇ ਤੁਸੀਂ ਸਭ ਕੁਝ ਸਮਝ ਗਏ ਵੀ ਕਹਿਣ ਤੋਂ ਭਾਵ ਮੇਰਾ ਕੀ ਹੈ, ਕੀ ਹੈ, ਕੀ ਨਹੀਂ ਹੈ। ਜੀ ਬਹੁਤ ਮਿਹਰਬਾਨੀ। 2 ਮਿੰਟ ਨੇ। ਪਤਾ ਲੱਗਾ ਹੈ ਕਿ ਭਾਰਤ ਵਿੱਚ ਉੱਲੂਆਂ ਦੀਆਂ ਕਈ ਪ੍ਰਜਾਤੀਆਂ ਅਲੋਪ ਹੋ ਰਹੀਆਂ ਨੇ। ਚਾਵਲਾ ਸਾਹਿਬ, ਕੇਰਲਾ ਦੇ ਵਿੱਚ ਇੱਕ ਮੰਦਰ ਬੜਾ ਵੱਡਾ ਹੈਗਾ। ਉਸ ਮੰਦਿਰ ਦੇ ਵਿੱਚ ਜਿਹੜੇ ਮੰਤਰੀ ਉਹ ਮੱਥਾ ਟੇਕਣ ਨਹੀਂ ਜਾਂਦੇ, ਲਾਗੇ ਦਫ਼ਤਰ ਨੂੰ ਮੱਥਾ ਟੇਕਣ ਨਹੀਂ ਜਾਂਦੇ। ਉੱਥੋਂ ਦਾ ਜਿਹੜਾ ਪੁਜਾਰੀ ਕਹਿੰਦਾ ਵੀ ਇਹ ਲੋਕ ਮੱਥਾ ਟੇਕਣ ਨਹੀਂ ਆਉਂਦੇ। ਹਾਂ, ਪ੍ਰਬੰਧ ਵੇਖਣ ਜ਼ਰੂਰ ਆਏ, ਪ੍ਰਬੰਧ ਠੀਕ ਠਾਕ ਆ, ਕੋਈ ਪ੍ਰੋਬਲਮ ਨਹੀਂ ਹੈ, ਮੱਥਾ ਟੇਕਣ ਨਹੀਂ ਆਉਂਦੇ। ਉਹ ਲੋਕ ਵੀ ਆਪਣੀ ਸਰਕਾਰ ਬਾਖੂਬੀ ਚਲਾ ਰਹੇ ਆ। 100% 100% ਦੀ ਉੱਥੇ ਐਜੂਕੇਸ਼ਨ ਕਰ ਰਹੇ ਨੇ। ਡੰਗਰ ਚਾਰਨੀ ਪੁੱਛ ਲਓ ਤੁਸੀਂ ਕਿ ਉਹਨਾਂ ਅੰਗਰੇਜ਼ੀ 'ਚ ਗੱਲ ਕਰੋ, ਕਿ ਅੰਗਰੇਜ਼ੀ ਠੋਕ ਕੇ ਜਵਾਬ ਦੇਊਗਾ ਕਿ ਵੇਖੋ ਜੀ ਮੈਂ MA ਕੀਤੀ ਹੈ, ਮੈਂ AA ਕੀਤੀ, ਮੈਂ LLB ਕੀਤੀ। ਜੇ ਲੜਕੀਆਂ ਦੀ ਗੱਲ ਉਹ ਵੀ ਪੁੱਛ ਲਓ ਤੁਸੀਂ, ਤੁਹਾਨੂੰ ਠੋਕ ਕੇ ਜਵਾਬ ਦੇਣੀ ਚਾਹੋ। ਹੁਣ ਇੱਥੇ ਇਹ ਆ ਵੀ ਹੁਣ ਵੇਖੋ ਇਲੈਕਸ਼ਨ ਆ ਗਈ ਹੈ। ਇਲੈਕਸ਼ਨ ਦੇ ਵਿੱਚ ਜਿਹੜੀਆਂ ਟੋਟਲ 250 ਪ੍ਰਜਾਤੀਆਂ ਉੱਲੂਆਂ ਦੀਆਂ ਹੈਗੀਆਂ ਤੇ ਪੰਜਾਬ ਸਾਡੇ ਇੰਡੀਆ ਦੇ ਵਿੱਚ 36 ਪ੍ਰਜਾਤੀਆਂ ਨੇ। ਇਹਨਾਂ ਉੱਲੂਆਂ ਦੀ ਜਿਹੜੀ ਸ਼ਾਮਤ ਆ ਜਾਏਗੀ, ਇਹ ਉੱਲੂ ਫੜ ਕੇ ਤੇ ਜੇ ਪੰਡਤ ਕਹਿਣਗੇ ਜਿਹੜੇ ਦੂਜੇ ਹੈਗੇ ਤੁਹਾਡੇ ਤੁਹਾਨੂੰ ਪੂਰਾ ਡਰਾਮਾ ਕਰਨ ਵਾਲੇ, ਉਹ ਕਹਿਣਗੇ ਜੀ ਵੇਖੋ ਜੀ ਉੱਲੂ ਫਲਾਣਾ ਲੈ ਕੇ ਆਓ, ਉਹਦੀ ਪਲੀ ਬਲੀ ਦੇ ਕੇ ਤੁਹਾਡੀ ਅਸੀਂ ਜਿਹੜੀ ਉਹ ਪਾਠ ਕਰਾਂਗੇ ਤੇ ਤੁਹਾਡੀ ਕਾਮਯਾਬੀ ਹੋ ਜਾਏਗੀ। ਉਹਦੇ ਕਰਕੇ ਉੱਲੂ ਜਿਹੜਾ ਵਾ ਇੱਕ ਮਿੱਤਰ ਪੰਛੀ ਹੈ ਸਾਡਾ ਕਿਸਾਨ ਦਾ, ਕਿਉਂਕਿ ਉਹ ਚੂਹੇ ਚਾਵੇ ਖਾ ਕੇ ਜਿਹੜਾ ਸੀ ਖਤਮ ਕਰ ਦੇਵੇ। ਉਹਨਾਂ ਉੱਲੂਆਂ ਨੂੰ ਖਤਮ ਕੀਤਾ ਜਾ ਰਿਹਾ ਵਾ। 36 ਪ੍ਰਜਾਤੀਆਂ ਰਹਿ ਗਈਆਂ ਤੇ ਚੰਦ ਉੱਲੂ ਰਹਿ ਗਿਆ। ਤੇ ਜਿਹੜੇ ਸਾਡੇ ਟ੍ਰੈਫਿਕ ਵਰਲਡ ਵਾਈਡ ਜਿਹੜੇ ਹੈਗੇ ਆ, ਟ੍ਰੈਫਿਕ ਵਰਲਡ ਵਾਈਡ ਲਾਈਫ ਵਾਲੇ, ਉਹ ਚਿੰਤਤ ਨੇ ਕਿ ਇਹਨਾਂ ਉੱਲੂਆਂ ਨੂੰ ਬਚਾਇਆ ਕਿਵੇਂ ਜਾਣਾ। ਉਹਨੇ ਉੱਲੂਆਂ ਕੋ ਉੱਲੂ ਕਿਵੇਂ ਵਜਾਏ ਜਾਣੇ ਆ। ਬਿਲਕੁਲ ਜੀ। ਪਾਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ, ਥੈਂਕ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।